ਉਹ ਮੇਰੇ ਬਰਾਬਰ ਹੀ ਸੁੱਤਾ ਪਿਆ ਸੀ, ਜਿਸ ਨਾਲ ਮੈਨੂੰ ਰਾਤ ਗੁਜ਼ਾਰਨ ਲਈ ਭੇਜਿਆ ਗਿਆ ਸੀ। ਮੇਰੇ ਕੋਲ ਚੰਗਾ ਮੌਕਾ ਸੀ ਕਿ ਮੈਂ ਇੱਥੋਂ ਭੱਜ ਜਾਵਾਂ। ਦਿਲ ਵਿੱਚ ਡਰ ਸੀ ਕਿਉਂਕਿ ਇਹ ਕੰਮ ਆਸਾਨ ਨਹੀਂ ਸੀ। ਮੈਂ ਉਸ ਨੂੰ ਰਾਤ ਵਿੱਚ ਹੀ ਜ਼ਿਆਦਾ ਹੀ ਸ਼ਰਾਬ ਪਿਲਾ ਦਿੱਤੀ, ਇਸ ਲਈ ਉਸਦੇ ਜਾਗ ਜਾਣ ਦੀ ਚਿੰਤਾ ਨਹੀਂ ਸੀ। ਮੈਂ ਹੌਲੀ-ਹੌਲੀ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆ ਗਈ। ਉਹ ਆਦਮੀ ਇਕੱਲਾ ਹੀ ਛੋਟੇ ਫਲੈਟ ਵਿੱਚ ਰਹਿੰਦਾ ਸੀ। ਮੈਂ ਪਹਿਲਾਂ ਵੀ ਕਈ ਵਾਰ ਉਸਦੇ ਘਰ ਆ ਚੁੱਕੀ ਸੀ। ਇਸ ਵਾਰ ਮੈਂ ਸੋਚ ਸਮਝ ਕੇ ਪਲਾਨ ਬਣਾਇਆ ਸੀ। ਮੈਂ ਇੱਕ ਧੰਦੇ ਵਾਲੀ ਔਰਤ ਸੀ। ਮੈਨੂੰ 15 ਸਾਲ ਦੀ ਉਮਰ ਵਿੱਚ ਹੀ ਮੇਰੀ ਮਤਰੇਈ ਮਾਂ ਨੇ ਵੇਚ ਦਿੱਤਾ ਸੀ। ਮੈਨੂੰ ਖਰੀਦਣ ਵਾਲੀ ਇੱਕ ਤਵਾਇਕ ਸੀ ਜੋ ਮੈਥੋਂ ਧੰਦਾ ਕਰਵਾਉਂਦੀ ਸੀ। ਪਹਿਲੀ ਵਾਰ ਜਦੋਂ ਮੈਂ ਕੋਠਾ ਦੇਖਿਆ ਤਾਂ ਮੈਂ ਘਬਰਾ ਗਈ। ਮੇਰੇ ਪਿਓ ਦੇ ਮਰਨ ਤੋਂ ਬਾਅਦ ਹੀ ਮੇਰੀ ਮਤਰੇਈ ਮਾਂ ਨੇ ਮੈਨੂੰ ਇਸ ਔਰਤ ਦੇ ਹਵਾਲੇ ਕਰ ਦਿੱਤਾ ਸੀ। ਜਦੋਂ ਮੈਂ ਇਨਕਾਰ ਕੀਤਾ ਤਾਂ ਮੇਰੀ ਮਾਂ ਨੇ ਮੇਰੇ ਜ਼ੋਰਦਾਰ ਥੱਪੜ ਮਾਰਿਆ। ਉਸ ਔਰਤ ਨੇ ਮੇਰਾ ਹੱਥ ਕੱਸ ਕੇ ਫੜਿਆ ਹੋਇਆ ਸੀ। ਮੈਂ ਬਸ ਰੋਈ ਜਾ ਰਹੀ ਸੀ। ਬੱਸ ਦਾ 10 ਘੰਟੇ ਦਾ ਸਫ਼ਰ ਕਰਕੇ ਮੈਂ ਇੱਥੇ ਪਹੁੰਚੀ ਸੀ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ। ਮੈਂ ਪੁਰਾਣੀਆਂ ਇਮਾਰਤਾਂ, ਤੰਗ ਗਲੀਆਂ ਵਿੱਚ ਦੀ ਉੱਥੇ ਪਹੁੰਚੀ ਸੀ। ਉੱਥੇ ਇੱਕ ਔਰਤ ਪੂਰਾ ਮੇਕਅਪ ਕਰਕੇ ਤਖਤ ਤੇ ਬੈਠੀ ਸੀ। ਉਹ ਮੈਨੂੰ ਦੇਖਦੇ ਹੀ ਉੱਠ ਕੇ ਬੈਠ ਗਈ। ਮੈਂ ਬਹੁਤ ਡਰੀ ਸਹਿਮੀ ਹੋਈ ਸੀ। ਤਖਤ ਤੇ ਬੈਠੀ ਉਸ ਔਰਤ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਤੇ ਕਹਿਣ ਲੱਗੀ, ਕੁੜੀ ਤਾਂ ਦੇਖਣ ਵਿੱਚ ਹੀਰਾ ਹੈ, ਹੀਰਾ। ਮੇਰੇ ਕੋਠੇ ਤੇ 4 ਚੰਨ ਲੱਗ ਜਾਣਗੇ। ਉਹ ਮੈਨੂੰ ਅਜੀਬ ਨਜ਼ਰ ਨਾਲ ਦੇਖ ਰਹੀ ਸੀ। ਫਿਰ ਉਸਨੇ ਇੱਕ ਰੇਖਾ ਨਾਮ ਦੀ ਕੁੜੀ ਨੂੰ ਬੁਲਾਇਆ ਤੇ ਕਹਿਣ ਲੱਗੀ, ਇਸ ਨੂੰ ਨਾਚ ਗਾਣਾ ਸਿਖਾਉਣਾ ਸ਼ੁਰੂ ਕਰ ਦੇ। ਰੇਖਾ ਮੈਨੂੰ ਆਪਣੇ ਨਾਲ ਇੱਕ ਕਮਰੇ ਵਿੱਚ ਲੈ ਗਈ। ਮੈਨੂੰ ਨੱਚਣ ਗਾਣ ਦਾ ਬਿਲਕੁਲ ਸ਼ੌਂਕ ਨਹੀਂ ਸੀ, ਪਰ ਮੈਥੋਂ ਇਹ ਕੰਮ ਮਾਰ-ਮਾਰ ਕੇ ਕਰਵਾਇਆ ਜਾਂਦਾ ਸੀ। ਫਿਰ 6 ਮਹੀਨੇ ਬਾਅਦ ਮੇਰੀ ਬੋਲੀ ਲਗਵਾਈ ਗਈ। ਅਜੇ ਮੈਂ 16 ਸਾਲ ਦੀ ਵੀ ਨਹੀਂ ਹੋਈ ਸੀ। ਮੇਰੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਗਿਆ ਸੀ। ਮੈਂ ਬਹੁਤ ਰੋਈ, ਬਹੁਤ ਤੜਫਦੀ, ਪਰ ਇੱਥੋਂ ਦੇ ਲੋਕਾਂ ਦਾ ਦਿਲ ਨਹੀਂ, ਪੱਥਰ ਸੀ। ਮੈਂ ਰੋਜ਼ ਇਹ ਦੁਆ ਕਰਦੀ ਕਿ ਮੈਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਜਾਵੇ। ਪਹਿਲੀ ਵਾਰ ਹਨੇਰੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੜੀ ਗਈ ਸੀ। ਮੈਨੂੰ ਉਸ ਔਰਤ ਨੇ ਬਹੁਤ ਮਾਰਿਆ। ਫਿਰ ਕਦੇ ਮੇਰੀ ਹਿੰਮਤ ਹੀ ਨਹੀਂ ਹੋਈ, ਪਰ ਮੈਨੂੰ ਇਸ ਕੰਮ ਤੋਂ ਬਹੁਤ ਨਫ਼ਰਤ ਸੀ। ਮੈਂ ਹਰ ਸਮੇਂ ਇੱਥੋਂ ਨਿਕਲਣ ਦਾ ਰਾਹ ਲੱਭਦੀ। 1 ਸਾਲ ਰਹਿਣ ਤੋਂ ਬਾਅਦ ਮੈਨੂੰ ਮਰਦਾਂ ਦੇ ਨਾਲ ਭੇਜ ਦਿੱਤਾ ਜਾਂਦਾ, ਜੋ ਇੱਕ ਤਵਾਇਕ ਦੇ ਪੁਰਾਣੇ ਗਾਹਕ ਸੀ। ਉਹ ਵਾਪਸ ਮੈਨੂੰ ਉਸ ਕੋਠੇ ਤੇ ਛੱਡ ਜਾਂਦੇ। ਉਹ ਆਦਮੀ ਵੀ ਕਈ ਵਾਰ ਮੈਨੂੰ ਆਪਣੇ ਫਲੈਟ ਤੇ ਲਿਜਾ ਚੁੱਕਿਆ ਸੀ। ਮੈਂ ਨਰਕ ਭਰੀ ਜ਼ਿੰਦਗੀ ਪਿਛਲੇ 3 ਸਾਲਾਂ ਤੋਂ ਬਰਦਾਸ਼ਤ ਕਰ ਰਹੀ ਸੀ। ਮੈਂ ਇਹਨਾਂ ਲੋਕਾਂ ਦਾ ਵਿਸ਼ਵਾਸ ਜਿੱਤ ਚੁੱਕੀ ਸੀ। ਹੁਣ ਮੈਂ ਇੱਥੋਂ ਭੱਜਣਾ ਚਾਹੁੰਦੀ ਸੀ। ਇਸ ਲਈ ਅੱਜ ਮੈਨੂੰ ਮੌਕਾ ਮਿਲਿਆ ਸੀ। ਸਵੇਰ ਦੇ 3 ਵੱਜ ਚੁੱਕੇ ਸੀ। ਮੈਨੂੰ ਮੇਨ ਰੋਡ ਤੋਂ ਰਿਕਸ਼ਾ ਮਿਲ ਗਿਆ ਸੀ। ਮੈਂ ਸਿੱਧਾ ਬੱਸ ਅੱਡੇ ਪਹੁੰਚੀ। ਉਸ ਸਮੇਂ ਇੱਕ ਹੀ ਬੱਸ ਖੜੀ ਸੀ। ਮੈਂ ਉਸੇ ਤੇ ਬੈਠ ਗਈ। ਇਹ ਬੱਸ ਦੂਜੇ ਸ਼ਹਿਰ ਜਾਣੀ ਸੀ। ਮੈਂ ਉੱਥੋਂ ਦਾ ਹੀ ਟਿਕਟ ਲੈ ਲਿਆ, ਪਰ ਮਨ ਵਿੱਚ ਹਜੇ ਵੀ ਫੜੇ ਜਾਣ ਦਾ ਡਰ ਸੀ। ਦੂਜੇ ਸ਼ਹਿਰ ਪਹੁੰਚ ਕੇ ਮੈਨੂੰ ਚੈਨ ਦਾ ਸਾਹ ਮਿਲਿਆ। ਮੈਂ ਬੱਸ ਵਿੱਚੋਂ ਉਤਰੀ। ਸਵੇਰ ਦਾ ਸਮਾਂ ਸੀ। ਮੈਨੂੰ ਭੁੱਖ ਵੀ ਲੱਗੀ ਹੋਈ ਸੀ। ਮੈਂ ਇੱਕ ਰਸਤੇ ਤੇ ਤੁਰ ਪਈ। ਗਲੀਆਂ ਵਿੱਚ ਬਹੁਤ ਘਰ ਸਨ। ਮੈਂ ਸੋਚਿਆ ਕਿ ਘਰ ਜਾ ਕੇ ਕੰਮ ਮੰਗਦੀ ਹਾਂ, ਸ਼ਾਇਦ ਕੋਈ ਕੰਮ ਮਿਲ ਜਾਵੇ, ਪਰ ਸਭ ਨੇ ਮਨਾ ਕਰ ਦਿੱਤਾ। ਮੈਂ ਕੁਝ ਹੀ ਦੂਰ ਗਈ ਸੀ। ਮੈਨੂੰ ਲੱਗਿਆ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈ। ਮੈਂ ਪਲਟ ਕੇ ਦੇਖਿਆ ਤਾਂ ਸੱਚਮੁੱਚ ਹੀ ਇੱਕ ਆਦਮੀ ਮੇਰਾ ਪਿੱਛਾ ਕਰ ਰਿਹਾ ਸੀ। ਮੈਂ ਉਸ ਨੂੰ ਦੇਖ ਕੇ ਤੇਜ਼ੀ ਨਾਲ ਤੁਰਨ ਲੱਗੀ ਤਾਂ ਉਸ ਆਦਮੀ ਨੇ ਮੈਨੂੰ ਪੁਕਾਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗਿਆ ਕਿ ਮੇਰੀ ਗੱਲ ਸੁਣ। ਉਸ ਨੂੰ ਦੇਖ ਕੇ ਮੈਂ ਡਰ ਗਈ। ਇਸ ਤੋਂ ਪਹਿਲਾਂ ਕਿ ਮੈਂ ਹੋਰ ਤੇਜ਼ ਭੱਜਦੀ, ਉਹ ਕਹਿਣ ਲੱਗਿਆ ਕਿ ਮੈਨੂੰ ਨੌਕਰਾਣੀ ਦੀ ਜ਼ਰੂਰਤ ਹੈ। ਸ਼ਾਇਦ ਉਹ ਸੁਣ ਚੁੱਕਿਆ ਸੀ ਕਿ ਮੈਂ ਲੋਕਾਂ ਤੋਂ ਕੰਮ ਮੰਗ ਰਹੀ ਹਾਂ। ਮੇਰੇ ਕਦਮ ਉੱਥੇ ਹੀ ਰੁਕ ਗਏ। ਉਹ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਮੈਨੂੰ ਇੱਕ ਨੌਕਰਾਣੀ ਦੀ ਜ਼ਰੂਰਤ ਹੈ ਜੋ ਸਾਡੇ ਘਰ ਦਿਨ ਰਾਤ ਰਹਿ ਕੇ ਕੰਮ ਕਰੇ। ਤੈਨੂੰ ਲੋਕਾਂ ਦੇ ਘਰਾਂ 'ਚ ਕੰਮ ਮੰਗਦੇ ਦੇਖਿਆ ਤਾਂ ਸੋਚਿਆ ਕਿ ਤੂੰ ਜ਼ਰੂਰਤਮੰਦ ਲੱਗ ਰਹੀ ਹੈ। ਮੈਂ ਉਸ ਨੂੰ ਗੌਰ ਨਾਲ ਦੇਖਿਆ ਤੇ ਇਹ ਸੋਚਣ ਲੱਗੀ ਕਿ ਪਤਾ ਨਹੀਂ ਉਹ ਝੂਠ ਬੋਲ ਰਿਹਾ ਹੈ ਕਿ ਸੱਚ। ਪਰ ਇਹ ਸੱਚ ਵੀ ਸੀ ਕਿ ਮੈਨੂੰ ਉਸ ਸਮੇਂ ਕੰਮ ਦੀ ਸਖਤ ਜ਼ਰੂਰਤ ਸੀ।
ਮੈਂ ਦੇਰ ਤੱਕ ਸੋਚਦੀ ਰਹੀ ਕਿ ਮੈਂ ਕੀ ਕਰਾਂ। ਮੈਂ ਪੁੱਛਿਆ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਉਹ ਕਹਿਣ ਲੱਗਿਆ ਕਿ ਇੱਥੋਂ ਥੋੜੀ ਦੂਰ ਹੀ। ਉਹ ਕਹਿਣ ਲੱਗਿਆ ਯਕੀਨ ਕਰੋ ਮੈਂ ਸ਼ਰੀਫ ਇਨਸਾਨ ਹਾਂ, ਮੈਨੂੰ ਸੱਚਮੁੱਚ ਹੀ ਇੱਕ ਨੌਕਰਾਣੀ ਦੀ ਜ਼ਰੂਰਤ ਹੈ। ਮੇਰੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ, ਇਸ ਲਈ ਮੈਂ ਉਸ ਨਾਲ ਜਾਣ ਨੂੰ ਤਿਆਰ ਹੋ ਗਈ ਤੇ ਸੋਚਿਆ ਕਿ ਬਾਕੀ ਕਿਸਮਤ ਤੇ ਛੱਡ ਦਿੰਦੀ ਹਾਂ। ਮੈਂ ਉਸ ਨਾਲ ਉਸ ਦੇ ਘਰ ਵੱਲ ਚੱਲ ਪਈ। ਉਸ ਦੇ ਘਰ ਵਿੱਚ ਦੂਜਾ ਹੋਰ ਕੋਈ ਨਹੀਂ ਸੀ। ਇਹ ਦੇਖ ਕੇ ਮੈਂ ਬੁਰੀ ਤਰ੍ਹਾਂ ਘਬਰਾ ਗਈ। ਮੈਂ ਕਿਹਾ ਕਿ ਮੈਂ ਇੱਥੇ ਕੰਮ ਨਹੀਂ ਕਰ ਸਕਦੀ, ਇੱਥੇ ਤਾਂ ਕੋਈ ਔਰਤ ਨਹੀਂ ਹੈ। ਉਸਨੇ ਕਿਹਾ ਮੈਂ ਸਵੇਰੇ ਕੰਮ ਤੇ ਜਾਂਦਾ ਹਾਂ ਤੇ ਪੂਰਾ ਦਿਨ ਘਰ ਤੋਂ ਬਾਹਰ ਰਹਿੰਦਾ ਹਾਂ, ਰਾਤ ਨੂੰ 10 ਵਜੇ ਆਉਂਦਾ ਹਾਂ। ਸਾਰਾ ਕੰਮ ਕਰਕੇ ਤੂੰ ਆਪਣੇ ਕਮਰੇ ਵਿੱਚ ਮੇਰੇ ਆਉਣ ਤੋਂ ਪਹਿਲਾਂ ਹੀ ਚਲੀ ਜਾਇਆ ਕਰੀ, ਮੇਰੇ ਕਰਕੇ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹ ਕਹਿਣ ਲੱਗਿਆ ਕਿ ਮੈਂ ਤਨਖਾਹ ਵੀ ਚੰਗੀ ਦੇਵਾਂਗਾ। ਮੈਂ ਸੋਚਿਆ ਕਿ ਚਲੋ ਇੱਕ ਵਾਰ ਇਸ ਤੇ ਵੀ ਭਰੋਸਾ ਕਰਕੇ ਦੇਖ ਲੈਂਦੀ ਹਾਂ, ਜੋ ਮੇਰੇ ਨਾਲ ਪਹਿਲਾਂ ਹੋਇਆ ਉਸ ਤੋਂ ਬੁਰਾ ਤਾਂ ਨਹੀਂ ਹੋਵੇਗਾ। ਮੈਂ ਉਸ ਨੂੰ ਆਪਣੇ ਬਾਰੇ ਕੁਝ ਨਾ ਦੱਸਿਆ, ਇਹੀ ਕਿਹਾ ਕਿ ਮੈਂ ਨੌਕਰੀ ਦੀ ਤਲਾਸ਼ ਵਿੱਚ ਘਰੋਂ ਭੱਜ ਕੇ ਆਈ ਹਾਂ। ਸ਼ਾਇਦ ਮੇਰੀ ਸੱਚਾਈ ਜਾਣਨ ਤੋਂ ਬਾਅਦ ਉਹ ਮੈਨੂੰ ਕੰਮ ਤੇ ਨਾ ਰੱਖਦਾ, ਇਸ ਲਈ ਮੈਂ ਝੂਠ ਬੋਲ ਦਿੱਤਾ। ਮੈਂ ਉਸ ਦੇ ਕਹਿਣ ਅਨੁਸਾਰ ਕੰਮ ਕਰਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ, ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ। ਇੱਕ ਦਿਨ ਉਸ ਨੂੰ ਕਾਫੀ ਬੁਖਾਰ ਹੋ ਗਿਆ। ਉਸ ਦੇ ਕਮਰੇ ਵਿੱਚ ਹਾਏ ਹਾਏ ਦੀ ਆਵਾਜ਼ ਆ ਰਹੀ ਸੀ, ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਉਸ ਦੇ ਕਮਰੇ ਵਿੱਚ ਉਸ ਨੂੰ ਦੇਖਣ ਚਲੇ ਗਈ। ਉਸਨੇ ਦੱਸਿਆ ਕਿ ਉੱਥੇ ਦਵਾਈ ਪਈ ਹੈ। ਮੈਂ ਉਸ ਨੂੰ ਦਵਾਈ ਦੇ ਦਿੱਤੀ ਤੇ ਠੰਡੇ ਪਾਣੀ ਦੀਆਂ ਪੱਟੀਆਂ ਕੀਤੀਆਂ। ਇਸ ਨਾਲ ਉਸ ਨੂੰ ਆਰਾਮ ਮਿਲਿਆ। ਮੈਂ ਉਸ ਦਾ ਪੂਰਾ ਖਿਆਲ ਰੱਖਿਆ। ਇਸੇ ਦੌਰਾਨ ਸਾਡੀ ਗੱਲਬਾਤ ਸ਼ੁਰੂ ਹੋ ਗਈ। ਉਹ ਜਦੋਂ ਵੀ ਮੇਰੇ ਪਰਿਵਾਰ ਬਾਰੇ ਪੁੱਛਦਾ ਤਾਂ ਮੈਂ ਝੂਠ ਬੋਲ ਦਿੰਦੀ। ਇੱਕ ਦਿਨ ਮੈਂ ਸਵੇਰੇ ਕਮਰੇ ਤੋਂ ਬਾਹਰ ਆਈ ਤਾਂ ਉਹ ਚਾਹ ਪੀ ਰਿਹਾ ਸੀ। ਮੈਨੂੰ ਦੇਖ ਕੇ ਉਹ ਮੁਸਕਰਾ ਰਿਹਾ ਸੀ। ਉਹ ਬੜੀ ਗੌਰ ਨਾਲ ਮੈਨੂੰ ਦੇਖ ਰਿਹਾ ਸੀ ਤੇ ਕਹਿਣ ਲੱਗਿਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ। ਉਹ ਕਹਿਣ ਲੱਗਿਆ ਮੈਂ ਤੈਨੂੰ ਪਸੰਦ ਕਰਨ ਲੱਗਿਆ ਹਾਂ, ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੇਰੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਕਿਤੇ ਵੀ ਵਿਆਹ ਕਰਵਾ ਸਕਦਾ ਹਾਂ। ਜੇ ਤੇਰੀ ਹਾਂ ਹੋਵੇ ਤਾਂ ਮੈਂ ਤੇਰੇ ਘਰਦਿਆਂ ਨੂੰ ਵੀ ਮਿਲ ਲੈਂਦਾ ਹਾਂ। ਇਹ ਸੁਣ ਕੇ ਮੇਰੇ ਤਾਂ ਚਿਹਰੇ ਦਾ ਰੰਗ ਉੱਡ ਗਿਆ। ਮੈਂ ਫਿਰ ਝੂਠੀ ਕਹਾਣੀ ਘੜ ਦਿੱਤੀ ਕਿ ਮੈਂ ਤਾਂ ਘਰੋਂ ਭੱਜ ਕੇ ਆਈ ਹਾਂ ਕਿਉਂਕਿ ਮੇਰੀ ਮਤਰੇਈ ਮਾਂ ਮੇਰਾ ਵਿਆਹ ਕਿਸੇ ਬੁੱਢੇ ਆਦਮੀ ਨਾਲ ਕਰਵਾ ਰਹੀ ਸੀ। ਤਾਂ ਉਹ ਕਹਿਣ ਲੱਗਿਆ ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਕੱਲ ਹੀ ਵਿਆਹ ਕਰਵਾ ਲੈਂਦੇ ਹਾਂ। ਮੈਂ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਵੀ ਇੱਜ਼ਤ ਵਾਲੀ ਜ਼ਿੰਦਗੀ ਮਿਲਣ ਵਾਲੀ ਸੀ, ਜੋ ਕਿ ਹਰ ਕੁੜੀ ਦੀ ਇੱਛਾ ਹੁੰਦੀ ਹੈ। ਅਗਲੇ ਦਿਨ ਅਸੀਂ ਵਿਆਹ ਕਰਵਾ ਲਿਆ, ਪਰ ਮੈਂ ਵਿਆਹ ਤੋਂ ਪਹਿਲਾਂ ਉਸ ਨੂੰ ਆਪਣੇ ਬਾਰੇ ਸਾਰੀ ਸੱਚਾਈ ਦੱਸ ਹੀ ਦਿੱਤੀ ਕਿਉਂਕਿ ਮੈਂ ਸੋਚਿਆ ਜੇ ਬਾਅਦ ਵਿੱਚ ਉਸ ਨੂੰ ਪਤਾ ਚੱਲਿਆ ਤਾਂ ਪਤਾ ਨਹੀਂ ਉਹ ਕੀ ਕਰੇਗਾ। ਇਸ ਲਈ ਹਿੰਮਤ ਕਰਕੇ ਸਾਰਾ ਸੱਚ ਉਸ ਨੂੰ ਦੱਸ ਦਿੱਤਾ। ਇੱਕ ਵਾਰ ਤਾਂ ਮੇਰਾ ਸੱਚ ਸੁਣ ਕੇ ਉਹ ਪਰੇਸ਼ਾਨ ਹੋ ਗਿਆ, ਪਰ ਫਿਰ ਉਹ ਕਹਿਣ ਲੱਗਿਆ ਤੇਰੇ ਅਤੀਤ ਵਿੱਚ ਜੋ ਹੋਇਆ ਉਹ ਭੁੱਲ ਜਾ, ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਸੀ। ਅਸੀਂ ਦੋਨੋਂ ਬਹੁਤ ਖੁਸ਼ ਸੀ, ਪਰ ਸ਼ਾਇਦ ਇਹ ਖੁਸ਼ੀ ਕੁਝ ਦਿਨਾਂ ਦੀ ਮਹਿਮਾਨ ਸੀ। ਇੱਕ ਦਿਨ ਮੈਂ ਦੁਪਹਿਰ ਵੇਲੇ ਇਕੱਲੀ ਹੀ ਘਰ ਸੀ। ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹੀ ਕੋਠੇ ਵਾਲੀ ਔਰਤ ਖੜੀ ਸੀ। ਉਸ ਨੂੰ ਦੇਖਦੇ ਹੀ ਮੇਰੇ ਤਾਂ ਸਾਹ ਸੁੱਕ ਗਏ। ਮੇਰੀ ਬਦਕਿਸਮਤੀ ਨੇ ਮੇਰਾ ਪਿੱਛਾ ਨਾ ਛੱਡਿਆ। ਉਹ ਮੈਨੂੰ ਕੁੱਟਦੀ ਹੋਈ ਆਪਣੇ ਨਾਲ ਲੈ ਗਈ। ਮੈਂ ਬਹੁਤ ਮਿੰਨਤਾਂ ਕੀਤੀਆਂ ਪਰ ਉਸਨੇ ਮੇਰੀ ਇੱਕ ਨਾ ਸੁਣੀ। ਮੈਂ ਵਾਪਸ ਉਸ ਕੋਠੇ ਤੇ ਪਹੁੰਚ ਗਈ। ਉਸ ਔਰਤ ਨੇ ਮੈਨੂੰ ਬਹੁਤ ਮਾਰਿਆ। ਉੱਥੇ ਆ ਕੇ ਮੇਰੇ ਨਾਲ ਜੋ ਕੁਝ ਹੋਇਆ ਉਸ ਤੋਂ ਚੰਗਾ ਸੀ ਕਿ ਮੈਂ ਮਰ ਜਾਂਦੀ। 2 ਦਿਨ ਬਾਅਦ ਮੇਰੇ ਕਮਰੇ ਵਿੱਚ ਜੋ ਗਾਹਕ ਆਇਆ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਮੇਰਾ ਪਤੀ ਸੀ। ਉਹ ਔਰਤ ਮੇਰੇ ਪਤੀ ਨੂੰ ਕਿਵੇਂ ਜਾਣਦੀ ਸੀ? ਫਿਰ ਉਹ ਹੱਸਦੀ ਹੋਈ ਬੋਲੀ ਕਿ ਇਹ ਮੇਰਾ ਹੀ ਆਦਮੀ ਹੈ ਜੋ ਤੇਰੀ ਜਾਸੂਸੀ ਕਰ ਰਿਹਾ ਸੀ। ਇੰਨਾ ਵੱਡਾ ਧੋਖਾ ਦਿੱਤਾ ਉਸਨੇ ਮੈਨੂੰ। ਉਹ ਹਜੇ ਵੀ ਚੁੱਪ ਖੜਾ ਸੀ। ਮੈਂ ਉਸ ਨੂੰ ਕਿਹਾ ਮੈਨੂੰ ਉਸ ਸਮੇਂ ਇੱਥੇ ਛੱਡ ਜਾਂਦਾ ਤਾਂ ਮੈਨੂੰ ਇੰਨਾ ਦੁੱਖ ਨਹੀਂ ਹੋਣਾ ਸੀ। ਮੈਨੂੰ ਲੱਗਿਆ ਕਿ ਚਲੋ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਅਜਿਹਾ ਮਰਦ ਹੈ ਜੋ ਮੇਰੀ ਇੱਜ਼ਤ ਕਰਦਾ ਹੈ, ਨਹੀਂ ਤਾਂ ਹੁਣ ਤੱਕ ਹਰ ਮਰਦ ਨੇ
ਹੁਣ ਕਿਉਂ ਮੇਰੇ ਸਾਹਮਣੇ ਆਇਆ। ਮੈਨੂੰ ਇਸੇ ਵਹਿਮ ਵਿੱਚ ਹੀ ਜੀ ਲੈਣ ਦੇਣਾ ਸੀ, ਪਰ ਉਹ ਹਜੇ ਵੀ ਚੁੱਪ ਖੜਾ ਸੀ। ਕੁਝ ਸਮੇਂ ਬਾਅਦ ਉੱਥੇ ਪੁਲਿਸ ਆ ਗਈ, ਜਿਸ ਨੂੰ ਮੇਰਾ ਪਤੀ ਹੀ ਲੈ ਕੇ ਆਇਆ ਸੀ। ਉਸ ਔਰਤ ਸਮੇਤ ਹੋਰ ਵੀ ਸਾਰੇ ਫੜੇ ਗਏ। ਮੇਰੇ ਪਤੀ ਨੇ ਸਾਡੇ ਵਿਆਹ ਦੀਆਂ ਤਸਵੀਰਾਂ ਪੁਲਿਸ ਨੂੰ ਦਿਖਾਈਆਂ ਤੇ ਕਿਹਾ ਕਿ ਇਹ ਮੇਰੀ ਪਤਨੀ ਹੈ। ਉਹ ਔਰਤ ਇਸ ਨੂੰ ਜ਼ਬਰਦਸਤੀ ਇੱਥੇ ਲੈ ਆਈ ਹੈ। ਮੈਂ ਇਸ ਨੂੰ ਲੈਣ ਆਇਆ ਹਾਂ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮੈਂ ਪੈਸੇ ਖਾਤਰ ਜਾਸੂਸੀ ਦਾ ਕੰਮ ਕਰਦਾ ਹਾਂ। ਉਸ ਔਰਤ ਨੇ ਵੀ ਮੈਨੂੰ ਤੇਰੀ ਜਾਸੂਸੀ ਤੇ ਲਾਇਆ ਸੀ, ਪਰ ਤੇਰੇ ਨਾਲ ਰਹਿੰਦੇ ਮੈਂ ਤੈਨੂੰ ਪਸੰਦ ਕਰਨ ਲੱਗਾ ਸੀ। ਇਸ ਲਈ ਮੈਨੂੰ ਲੱਗਿਆ ਕਿ ਵਿਆਹ ਹੀ ਅਜਿਹਾ ਰਸਤਾ ਹੈ ਜਿਸ ਨਾਲ ਮੈਂ ਤੈਨੂੰ ਇਸ ਦਲਦਲ ਤੋਂ ਬਾਹਰ ਕੱਢ ਸਕਦਾ ਹਾਂ। ਫਿਰ ਤੇਰੇ ਨਾਲ ਇੱਜ਼ਤ ਦੀ ਜ਼ਿੰਦਗੀ ਜਿਉ ਸਕਦਾ ਸੀ। ਹੁਣ ਉਹ ਔਰਤ ਫੜੀ ਜਾ ਚੁੱਕੀ ਸੀ। ਮੈਂ ਖੁਸ਼ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲ ਗਿਆ ਸੀ, ਜਿਸ ਨਾਲ ਮੈਂ ਸਕੂਨ ਭਰੀ ਜ਼ਿੰਦਗੀ ਜੀ ਸਕਦੀ ਸੀ ਤੇ ਮੈਨੂੰ ਉਸ ਨਰਕ ਭਰੀ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਗਿਆ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।